ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭਗਵੰਤ ਮਾਨ ਦਾ ਨਵਾਂ ਖੇਤੀ ਫਾਰਮੂਲਾ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਇਸ ਸਮੇਂ ਪੰਜਾਬ ਦੇ ਵਿੱਚ ਹਾੜੀ ਦੀ ਫਸਲ ਦੇ ਖਰੀਦ ਦਾ ਕੰਮ ਜਿਹੜਾ ਹੈ ਜ਼ੋਰਾਂ 'ਤੇ ਚੱਲ ਰਿਹਾ ਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਝੋਨੇ ਦੀ ਬਿਜਾਈ ਦੇ ਸਮੇਂ ਜਿਹੜੀ ਦਿੱਕਤਾਂ ਜਿਹੜੀ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਦੇ ਨਿਪਟਾਰੇ ਲਈ ਜਿਹੜਾ ਹੈਗਾ ਕੋਸ਼ਿਸ਼ਾਂ ਜਹਿਦ ਸ਼ੁਰੂ ਕਰ ਦਿੱਤੀ ਹੈ। ਅਤੇ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਕਿ ਪੰਜਾਬ ਸਰਕਾਰ ਪਾਣੀ, ਬਿਜਲੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੀ ਹੈ। ਪੂਰੀ ਜਿਹੜਾ ਹੈਗਾ ਜ਼ੋਰ ਲਾਉਣ ਲੱਗੀ ਹੋਈ ਹੈ। ਇਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪਹਿਲੇ ਗੇੜ 'ਚ ਮੀਟਿੰਗ ਕੀਤੀ ਗਈ ਅਤੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਮੀਟਿੰਗ ਕੀਤੀ ਗਈ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਪੰਜਾਬ ਸਰਕਾਰ ਦਾ ਇਹ ਨਵਾਂ ਵਿਜ਼ਨ ਕੀ ਹੈ, ਉਹ ਕੀ ਕਰਨ ਜਾ ਰਹੀ ਹੈ। ਦੇਖੋ, ਆਮ ਆਦਮੀ ਪਾਰਟੀ ਨੇ ਚੋਣਾਂ ਦੇ ਮੌਕੇ ਖੇਤੀ ਨੂੰ ਲੈ ਕੇ ਕੋਈ ਵਿਸਥਾਰਤ ਜਿਹੜਾ ਵਿਜ਼ਨ ਹੈ ਉਹ ਪੰਜਾਬ ਦੇ ਲੋਕਾਂ ਅੱਗੇ ਪੇਸ਼ ਨਹੀਂ ਕੀਤਾ ਸੀ ਜੀ। ਅਤੇ ਨਾ ਹੀ ਜਿਸ ਤਰ੍ਹਾਂ ਸਕੂਲ ਐਜੂਕੇਸ਼ਨ ਔਰ ਹੈਲਥ ਦੀ ਗੱਲ ਕੀਤੀ ਗਈ ਸੀ ਔਰ ਬਾਕੀ ਗਰੰਟੀਆਂ ਦਿੱਤੀਆਂ ਗਈਆਂ ਸੀ ਜੀ, ਤਾਂ ਉਹਨਾਂ ਗਰੰਟੀਆਂ ਦੇ ਵਿੱਚ ਖੇਤੀ ਦੇ ਮਾਮਲੇ 'ਚ ਕੋਈ ਇਸ ਕਿਸਮ ਦੀ ਗਰੰਟੀ ਸਾਨੂੰ ਦੇਖਣ ਨੂੰ ਨਹੀਂ ਮਿਲੀ ਜੀ, ਕਿ ਜਿਹੜਾ ਲੋਕਾਂ ਨਾਲ ਪ੍ਰੋਮਿਸ ਕੀਤਾ ਹੋਵੇ। ਜਨਰਲ ਗੱਲਾਂ ਚੋਣਾਂ ਦੇ ਦੌਰਾਨ ਜ਼ਰੂਰ ਚੱਲਦੀਆਂ ਰਹੀਆਂ ਨੇ ਕਿ ਅਸੀਂ ਖੇਤੀ ਨੂੰ ਸੰਕਟ ਦੇ ਵਿੱਚੋਂ ਕੱਢਾਂਗੇ, ਕਿਸਾਨੀ ਨੂੰ ਪੈਰਾਂ ਸਿਰ ਖੜ੍ਹਾ ਕਰਾਂਗੇ, ਪਰ ਲੋੜ ਆਤਿਸ਼ ਇਸ ਗੱਲ ਦੀ ਹੈ ਕਿ ਪੰਜਾਬ ਸਾਡਾ ਖੇਤੀ ਪ੍ਰਧਾਨ ਸੂਬਾ ਹੈ। ਇਸ ਦੀਆਂ ਬਹੁਤ ਸਾਰੀਆਂ ਕਿਸਾਨੀ ਨੂੰ ਚੁਣੌਤੀਆਂ ਵੀ ਨੇ। ਜੇ ਖੇਤੀ ਮਰਦੀ ਹੈ ਤਾਂ ਸਾਡਾ ਕਿਸਾਨ ਮਰਦਾ ਹੈ, ਕਿਸਾਨ ਮਰਦਾ ਤਾਂ ਸਾਡਾ ਪੰਜਾਬ ਮਰਦਾ ਹੈ। ਤਾਂ ਇਸ ਕਰਕੇ ਜ਼ਰੂਰੀ ਹੈ ਕਿ ਖੇਤੀ ਨੂੰ ਪ੍ਰਾਇਓਰਟੀ 'ਤੇ ਲਿਆ ਜਾਵੇ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਅੱਜ ਇਸ ਪਾਸੇ ਜਿਹੜਾ ਆਪਣੇ ਕਦਮ ਹੈ ਉਹ ਵਧਾਏ ਨੇ। ਉਹਨਾਂ ਨੇ ਖੇਤੀ ਵਿਭਿੰਨਤਾ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਦੀ ਬਚਤ ਕਿਸ ਤਰ੍ਹਾਂ ਕੀਤੀ ਜਾਵੇ, ਜਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਆਉਣ ਵਾਲਾ ਜਿਹੜਾ ਝੋਨੇ ਦਾ ਸੀਜ਼ਨ ਹੈ ਉਹਦੇ ਵਿੱਚ ਬਿਜਲੀ ਦੇ ਸੰਕਟ ਨਾਲ ਕਿੱਦਾਂ ਨਜਿੱਠਿਆ ਜਾਵੇ, ਜਾਂ ਉਹਦੇ ਝੋਨੇ ਦੇ ਜਿਹੜੇ ਕੋਈ ਅਲਟਰਨੇਟ ਹੈ, ਜਿਸ ਤਰ੍ਹਾਂ ਸਿੱਧੀ ਬਿਜਾਈ ਦਾ ਕੰਸੈਪਟ ਆ ਰਿਹਾ ਹੈ ਜੀ, ਕਿ ਉਸ ਨੂੰ ਕਿਸ ਤਰ੍ਹਾਂ ਪ੍ਰਮੋਟ ਕੀਤਾ ਜਾਵੇ। ਇਸ ਤਰ੍ਹਾਂ ਦਾ ਜਿਹੜਾ ਸੰਵਾਦ ਹੈ ਉਹਨਾਂ ਨੇ ਅੱਜ ਕਿਸਾਨ ਧਿਰਾਂ ਨਾਲ ਰਚਾਇਆ ਹੈਗਾ ਜੀ। ਮੁੱਖ ਮੰਤਰੀ ਨੇ 2 ਦਿਨ ਪਹਿਲਾਂ ਪੰਜਾਬ ਦੇ ਜਿਹੜੇ ਖਾਸ ਕਰਕੇ ਖੇਤੀ ਮਹਿਕਮਾ, ਬਿਜਲੀ ਮਹਿਕਮਾ ਜਾਂ ਦੂਸਰੇ ਰਿਲੇਟਡ PAU ਹੈ, ਉਹਨਾਂ ਦੇ ਐਕਸਪਰਟਸ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕੀਤੀ ਹੈ। ਔਰ ਅੱਜ ਉਹਨਾਂ ਨੇ ਦੂਸਰੇ ਗੇੜ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ 23 ਕਿਸਾਨ ਧਿਰਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਇੱਕ ਕਿਸਾਨ ਧਿਰਾਂ ਨਾਲ ਉਹਨਾਂ ਨੇ ਵੱਖਰੇ ਤੌਰ 'ਤੇ ਜਿਹੜੀ ਮੁਲਾਕਾਤ ਕੀਤੀ ਹੈ ਜੀ। ਔਰ ਟੋਟਲ ਇਹਨਾਂ ਮੁਲਾਕਾਤਾਂ ਦਾ ਜਿਹੜਾ ਏਜੰਡਾ ਹੈ ਉਹ ਪੰਜਾਬ ਦੀ ਖੇਤੀ 'ਤੇ ਆਧਾਰਿਤ ਹੈ। ਖਾਸ ਕਰਕੇ ਖੇਤੀ ਵਿਭਿੰਨਤਾ ਨੂੰ ਲੈ ਕੇ ਚਰਚਾ ਹੋਈ ਹੈ। ਹੁਣੀ ਮੀਟਿੰਗ ਕਿਸਾਨ ਆਗੂਆਂ ਨਾਲ ਖਤਮ ਹੋਈ ਹੈ ਮੁੱਖ ਮੰਤਰੀ ਦੀ, ਔਰ ਸਾਨੂੰ ਜਿੰਨਾ ਕੁ ਪਤਾ ਲੱਗ ਸਕਿਆ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਿਸਾਨਾਂ ਨੇ, ਕਿਸਾਨ ਆਗੂਆਂ ਨੇ ਔਰ ਪੰਜਾਬ ਸਰਕਾਰ ਨੇ ਇਸ ਗੱਲ 'ਤੇ ਸਹਿਮਤੀ ਬਣਾਈ ਹੈਗੀ ਹੈ ਕਿ ਜਿਹੜਾ ਐਤਕੀ ਆਪਣਾ ਕਣਕ ਦਾ ਝਾੜ ਘਟਿਆ ਜੀ, ਉਹਦੀ ਜਿਹੜੀ ਪੂਰਤੀ ਹੈ ਉਹ ਪੰਜਾਬ ਸਰਕਾਰ ਕਰੇਗੀ। ਮਤਲਬ ਕਿ ਬੋਨਸ ਦੇ ਰੂਪ ਦੇ ਵਿੱਚ ਸਰਕਾਰ ਸਹਿਮਤ ਹੋਈ ਹੈ। ਔਰ ਹਫ਼ਤੇ ਬਾਅਦ ਫੇਰ ਕਿਸਾਨਾਂ ਨਾਲ ਮੀਟਿੰਗ ਹੈ ਜਿਹੜੀ ਮੁੱਖ ਮੰਤਰੀ ਨੇ ਰੱਖੀ ਹੈ, ਜਿਹਦੇ ਵਿੱਚ ਪੈਂਤੜਾ ਜਿਹੜਾ ਹੋਰ ਸਪਸ਼ਟ ਹੋ ਜਾਏਗਾ ਕਿ ਕਿਸਾਨਾਂ ਨੂੰ ਬੋਨਸ ਮਿਲੇਗਾ ਜਾਂ ਨਹੀਂ ਮਿਲੇਗਾ। ਜੇ ਮਿਲੇਗਾ ਤਾਂ ਉਹ ਕਿੰਨਾ ਮਿਲੇਗਾ, ਜਾਂ ਸਰਕਾਰ ਦੇ ਪਾਏਗੀ ਜਾਂ ਨਹੀਂ ਦੇ ਪਾਏਗੀ, ਜਾਂ ਭਾਰਤ ਸਰਕਾਰ ਤੋਂ ਇਸ ਦੀ ਮੰਗ ਕੀਤੀ ਜਾਏਗੀ। ਪਰ ਕਿਸਾਨ ਆਗੂ ਆਖਦੇ ਨੇ ਕਿ ਇਸ 'ਤੇ ਸਹਿਮਤੀ ਹੈ ਜਿਹੜੀ ਬਣ ਗਈ ਹੈ। ਜੀ। ਦੂਸਰਾ ਫੈਸਲਾ ਇਹ ਹੋਇਆ ਆਤਿਸ਼ ਜੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਮੂੰਗੀ ਦੀ ਦਾਲ ਔਰ ਬਾਸਮਤੀ ਔਰ ਮੱਕੀ 'ਤੇ ਜਿਹੜੀ MSP ਹੈ ਉਹ ਸਟੇਟ ਗੌਰਮੈਂਟ ਦੇਵੇਗੀ। ਇਹਦੇ ਬਾਰੇ ਵੀ ਉਹਨਾਂ ਨੇ ਸਿਰਫ ਅਜੇ ਸਹਿਮਤੀ ਦਿੱਤੀ ਹੈ। ਕਿੰਨੀ ਦਿੱਤੀ ਜਾਏਗੀ ਉਹ ਹਜੇ ਤੈਅ ਹੋਣਾ ਬਾਕੀ ਹੈ, ਜਾਂ ਦਿੱਤੀ ਜਾਏਗੀ ਜਾਂ ਨਹੀਂ ਦਿੱਤੀ ਜਾਏਗੀ। ਇਹਦੇ ਬਾਰੇ ਵੀ ਜਿਹੜਾ ਸੋਲਿਡ ਫੈਸਲਾ ਤਾਂ ਉਹਦੀ ਆਏਗਾ ਜਦੋਂ ਇਸ ਬਾਰੇ ਕੋਈ ਨੋਟੀਫਿਕੇਸ਼ਨ ਹੋਏਗਾ, ਸਰਕਾਰ ਦੇ ਲਿਖਤੀ ਹੁਕਮ ਸਾਡੇ ਸਾਹਮਣੇ ਆਉਣਗੇ ਜੀ। ਅਤੇ ਇਸ ਤਰ੍ਹਾਂ ਹੀ ਸਰਕਾਰ ਨੇ ਖੇਤੀ ਵਿਭਿੰਨਤਾ ਨੂੰ ਲੈ ਕੇ ਜਿਹੜੇ ਮਸ਼ਵਰੇ ਹੈ ਉਹ ਕੀਤੇ ਨੇ, ਕਿਸਾਨ ਆਗੂਆਂ ਤੋਂ ਉਹਨਾਂ ਦੀ ਰਾਏ ਲਈ ਹੈ। ਔਰ ਉਹਨਾਂ ਨੇ 2 ਏਜੰਡੇ ਮੁੱਖ ਰੱਖੇ ਨੇ। ਇੱਕ, ਉਹਨਾਂ ਨੇ ਚਰਚਾ ਕੀਤੀ ਆਤਿਸ਼ ਅੱਜ ਦੀ ਮੀਟਿੰਗ ਦੇ ਵਿੱਚ ਕਿ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ। ਉਹਦਾ ਮੂਲ ਮਕਸਦ ਜਿਹੜਾ ਹੈਗਾ ਉਹ ਹੈਗੇ ਕਿ ਪੰਜਾਬ ਦੇ ਜਿਹੜੇ ਪਾਣੀਆਂ ਨੂੰ ਬਚਾਇਆ ਜਾਵੇ, ਪੰਜਾਬ ਦੇ ਵਾਤਾਵਰਨ ਨੂੰ ਬਚਾਇਆ ਜਾਵੇ, ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾਵੇ।
ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅੱਗੇ ਝੋਨੇ ਦਾ ਜਦੋਂ ਸੀਜ਼ਨ ਆਏਗਾ ਤਾਂ 10 ਜੂਨ ਤੋਂ ਨਾਰਮਲੀ ਇਹ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਰਹੀ ਹੈ। ਪਹਿਲਾਂ ਇੱਕ ਵਾਰੀ 15 ਵੀ ਕਰ ਦਿੱਤੀ ਸੀ, 13 ਵੀ ਕਰਤੀ ਸੀ, 13 ਜੂਨ ਵੀ ਕਰ ਦਿੱਤੀ ਸੀ। ਤਾਂ ਉਹਨਾਂ ਨੂੰ ਲੱਗਦਾ ਕਿ ਐਤਕੀ ਜਿਹੜੀ ਜੀ ਕੱਦੂ ਕਰਕੇ ਝੋਨਾ ਲਾਇਆ ਜਾਂਦਾ ਹੈ, ਉਸ ਦੀ ਥਾਂ ਜਿਵੇਂ ਪਹਿਲਾਂ ਪਿਛਲੇ ਸਾਲਾਂ 'ਚ ਲੱਗਦਾ ਰਿਹਾ ਹੈ ਸਿੱਧੀ ਬਿਜਾਈ ਵਾਲਾ ਝੋਨਾ ਜੀ, ਅਤੇ ਸਿੱਧੀ ਬਿਜਾਈ ਕਰਕੇ ਝੋਨੇ ਨੂੰ ਪ੍ਰਮੋਟ ਕੀਤਾ ਜਾਵੇ। 2010 ਤੋਂ ਵੈਸੇ ਤਾਂ ਇਹ ਸ਼ੁਰੂਆਤ ਕੀਤੀ ਸੀ, ਪਰ ਜਦੋਂ ਪਿੱਛੇ ਕੋਵਿਡ ਦਾ ਮਹਾਂਮਾਰੀ ਫੈਲ ਗਈ ਸੀ ਅਤੇ ਪੰਜਾਬ ਦੇ ਵਿੱਚ ਲੇਬਰ ਦੀ ਸ਼ੋਰਟੇਜ ਆ ਗਈ ਸੀ, ਤਾਂ ਉਦੋਂ ਇਹਦੀ ਕਾਫੀ ਲੋੜ ਮਹਿਸੂਸ ਕੀਤੀ ਗਈ ਸੀ। ਇਹਦੇ ਨਾਲ ਸਰਕਾਰ ਨੂੰ ਲੱਗਦਾ ਹੈ ਕਿ ਅਗਰ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨਗੇ, ਇੱਕ ਤਾਂ ਥੋੜ੍ਹੀ ਅਗੇਤੀ 23 ਜਾਂ 24 ਮਈ ਤੋਂ ਸਟਾਰਟ ਹੋ ਜਾਂਦੀ ਹੈਗੀ ਹੈ, ਤਾਂ ਉਹਦੇ ਨਾਲ ਸਰਕਾਰ ਨੂੰ ਲੱਗਦਾ ਜਾਂ ਮੁੱਖ ਮੰਤਰੀ ਦਾ ਇਹ ਫਾਰਮੂਲਾ ਹੈ, ਉਹਨਾਂ ਨੂੰ ਲੱਗਦਾ ਕਿ ਇਸ ਨਾਲ ਇੱਕ ਤਾਂ ਬਿਜਲੀ ਬਚੇਗੀ, ਕਿਉਂਕਿ ਜਿਹੜਾ ਮੇਨ ਝੋਨਾ ਹੈ ਉਹਦੇ ਹੇਠੋਂ ਰਕਬਾ ਨਿਕਲ ਕੇ ਜਿਹੜਾ ਸਿੱਧੀ ਬਿਜਾਈ ਦੇ ਹੇਠ ਆਏਗਾ, ਇਹਦੇ 'ਚ ਪਾਣੀ ਦੀ ਜਿਹੜੀ ਘੱਟ ਲੋੜ ਹੁੰਦੀ ਹੈ, ਪਾਣੀ ਵੀ ਬਚੇਗਾ ਔਰ ਬਿਜਲੀ ਵੀ ਬਚੇਗੀ। ਔਰ ਦੂਸਰਾ ਉਹਨਾਂ ਦਾ ਇਹ ਹੈਗਾ ਕਿ ਜਿਹੜੀ ਝੋਨੇ ਦੀ ਲਵਾਈ ਹੈ ਪੰਜਾਬ 'ਚ ਹੁੰਦੀ, ਉਹ ਇੱਕੋ ਡੇਟ ਤੋਂ ਸ਼ੁਰੂ ਹੋ ਜਾਂਦੀ ਹੈ। ਜਿਸ ਤਰ੍ਹਾਂ ਹਜੇ ਐਤਕੀ ਝੋਨਾ ਕਿੰਨੀ ਡੇਟ ਤੋਂ ਲੱਗਣਾ ਹੈ ਇਹਦੇ ਬਾਰੇ ਹਜੇ ਤੈਅ ਨਹੀਂ ਹੋਇਆ, ਪਰ ਜੇ ਮੰਨ ਲਓ 10 ਜੂਨ ਤੋਂ ਲੱਗਦਾ ਹੈ, ਮੰਨ ਲਈਏ ਅਸੀਂ, ਤਾਂ ਸਾਰੇ ਪੰਜਾਬ 'ਚ ਇੱਕੋ ਟਾਈਮ ਹੀ ਝੋਨਾ ਦੀ ਲਵਾਈ ਹੈ ਜਿਹੜੀ ਸ਼ੁਰੂ ਹੋ ਜਾਂਦੀ ਹੈ। ਔਰ ਪੰਜਾਬ ਸਰਕਾਰ ਨੇ ਇਹ ਨਵਾਂ ਫਾਰਮੂਲਾ ਤਿਆਰ ਕੀਤਾ ਹੈ ਕਿ ਸਾਰੇ ਪੰਜਾਬ 'ਚ ਇੱਕੋ ਟਾਈਮ ਝੋਨਾ ਲੱਗਣ ਦੀ ਬਜਾਏ ਇਹਨਾਂ ਨੂੰ ਇੱਕ ਸਟੈਗਰ ਮੈਨਰ ਦੇ ਵਿੱਚ ਅਲੱਗ-ਅਲੱਗ ਕਰਕੇ ਝੋਨਾ ਲਾ ਦਿੱਤਾ ਜਾਵੇ। ਮਿਸਾਲ ਦੇ ਤੌਰ 'ਤੇ ਇਹ ਸਮਝ ਹੈ ਪੰਜਾਬ ਸਰਕਾਰ ਦੀ ਕਿ ਮਾਲਵੇ ਨੂੰ 2 ਹਿੱਸਿਆਂ 'ਚ ਵੰਡ ਲਿਆ ਜਾਵੇ ਕਿ 10 ਜੂਨ ਤੋਂ ਲੈ ਕੇ 15 ਜੂਨ ਤੱਕ ਜ਼ੋਨ 1 ਦੇ ਵਿੱਚ ਲੱਗੇਗਾ ਝੋਨਾ, ਫਿਰ ਜ਼ੋਨ 2 ਦੇ ਵਿੱਚ ਲੱਗੇਗਾ, ਉਸ ਤੋਂ ਬਾਅਦ ਅਗਲੀ ਡੇਟ ਦੇ ਦਿੱਤੀ ਜਾਏਗੀ ਕਿ ਹੁਣ ਦੁਆਬੇ 'ਚ ਲੱਗੇਗਾ, ਫਿਰ ਅਖੀਰ 'ਚ ਮਾਝੇ 'ਚ ਲੱਗੇਗਾ। ਅਤੇ ਸਰਕਾਰ ਨੂੰ ਇਹ ਲੱਗਦਾ ਕਿ ਇਸ ਨਾਲ ਅਸੀਂ ਜਿਹੜਾ ਬਿਜਲੀ ਦੀ ਜਿਹੜੀ ਪੀਕ ਮੰਗ ਹੁੰਦੀ ਹੈ ਉਸ ਨੂੰ ਅਸੀਂ ਟਾਲ ਸਕਾਂਗੇ ਕਿ ਅਲੱਗ-ਅਲੱਗ ਇਸ ਤਰ੍ਹਾਂ ਲੇਬਰ ਦਾ ਜਿਹੜਾ ਸੰਕਟ ਰਹਿੰਦਾ ਹੈ ਕਿ ਜਦੋਂ ਇੱਕੋ ਟਾਈਮ 'ਤੇ ਸਾਰੇ ਪੰਜਾਬ ਦੇ ਵਿੱਚ ਝੋਨਾ ਲੱਗਦਾ ਹੈ ਤਾਂ ਲੇਬਰ ਦੀ ਜਿਹੜੀ ਮੰਗ ਹੈ ਜਿਹੜੀ ਕਾਫੀ ਵੱਧ ਜਾਂਦੀ ਹੈ, ਅਤੇ ਉਹਦੇ ਕੰਪੀਟੀਸ਼ਨ ਦੇ ਜਿਹੜੇ ਰੇਟ ਹੈ ਲੇਬਰ ਦੇ ਉਹ ਵੀ ਵੱਧ ਜਾਂਦੇ ਨੇ। ਤਾਂ ਉਹਨਾਂ ਨੂੰ ਲੱਗਦਾ ਕਿ ਲੇਬਰ ਦਾ ਸੰਕਟ ਵੀ ਹੱਲ ਹੋਏਗਾ ਔਰ ਬਿਜਲੀ ਦਾ ਸੰਕਟ ਵੀ ਹੱਲ ਹੋਏਗਾ। ਔਰ ਪੰਜਾਬ ਸਰਕਾਰ ਦੀ ਇਹ ਵੀ ਸਮਝ ਹੈ ਕਿ ਜੇ ਅਸੀਂ ਇਸ ਤਰ੍ਹਾਂ ਅਲੱਗ-ਅਲੱਗ ਜ਼ੋਨਾਂ ਦੇ ਵਿੱਚ ਅਲੱਗ-ਅਲੱਗ ਤਰੀਕ ਨੂੰ ਝੋਨਾ ਲਾਵਾਂਗੇ ਤਾਂ ਜਦੋਂ ਅੱਗੇ ਪ੍ਰੋਕਿਉਰਮੈਂਟ ਦਾ ਸੀਜ਼ਨ ਆਏਗਾ ਉਹਦੇ ਵਿੱਚ ਮੰਡੀਆਂ 'ਚ ਗਲਟ ਨਹੀਂ ਆਏਗਾ, ਸਾਰੇ ਪੰਜਾਬ 'ਚ ਇੱਕੋ ਟਾਈਮ 'ਤੇ ਝੋਨਾ ਆ ਜਾਂਦਾ। ਉਹਨਾਂ ਨੂੰ ਲੱਗਦਾ ਕਿ ਜਿਹੜੇ ਐਡਵਾਂਸ ਫੇਜ਼ਸ ਦੇ ਵਿੱਚ ਜੀਰੀ ਲੱਗੀ ਹੋਏਗੀ ਉਹਨਾਂ ਮੰਡੀਆਂ 'ਚ ਪਹਿਲਾਂ ਝੋਨਾ ਆ ਜਾਏਗਾ, ਉੱਥੇ ਅਸੀਂ ਇਨਪੁੱਟ ਰਿਸੋਰਸਿਸ ਆ ਸਾਡੇ ਉੱਥੇ ਝੋਕ ਦਿਆਂਗੇ ਅਸੀਂ। ਇਸ ਤਰ੍ਹਾਂ ਫਿਰ ਜ਼ੋਨ 2 ਦੇ ਵਿੱਚ ਆ ਜਾਏਗਾ, ਫਿਰ ਮਾਝੇ 'ਚ, ਫਿਰ ਦੁਆਬੇ 'ਚ, ਇੱਦਾਂ ਦਾ। ਇਹ ਪੰਜਾਬ ਸਰਕਾਰ ਦੀ ਇੱਕ ਆਪਣੀ ਸਮਝ ਹੈ ਜਿਹੜੀ ਉਹ ਬਣੀ ਹੋਈ ਹੈ ਕਿ ਇਸ ਤਰ੍ਹਾਂ ਅਸੀਂ ਕਈ ਤਰ੍ਹਾਂ ਦੇ ਜਿਹੜੇ ਸੰਕਟ ਹੈ ਉਹ ਟਾਲ ਸਕਾਂਗੇ। ਪਰ ਇਹਦੇ ਵਿੱਚ ਵੀ ਆਤਿਸ਼ ਤੁਹਾਨੂੰ ਇਹ ਲੱਗਦਾ ਕਿ ਕਈ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਖੜੀਆਂ ਹੋ ਸਕਦੀਆਂ ਨੇ ਕਿ ਸਪੋਜ਼ ਤੁਸੀਂ ਕਹਿੰਦੇ ਹੋ ਕਿ ਜਿਹੜਾ ਮਾਝੇ ਵਾਲਾ ਕਿਸਾਨ ਹੈ ਉਹ ਸਭ ਤੋਂ ਅਖੀਰ 'ਚ ਝੋਨਾ ਲਾਏਗਾ, ਜਾਂ ਉਹ ਇਸ ਗੱਲ ਲਈ ਰਜ਼ਾਮੰਦ ਨਹੀਂ ਹੋ ਸਕਦਾ। ਉਹਨੂੰ ਲੱਗਦਾ ਕਿ ਮੇਰੀ ਜੇ ਲੇਟ ਸੋਇੰਗ ਹੋਏਗੀ, ਝੋਨਾ ਮੈਂ ਲੇਟ ਲਾਊਂਗਾ ਤਾਂ ਉਸ ਦਾ ਮੇਰੀ ਯੀਲਡ 'ਤੇ ਅਸਰ ਪਏਗਾ, ਤਾਂ ਉਹ ਰਜ਼ਾਮੰਦ ਹੋਏਗਾ ਜਾਂ ਨਹੀਂ ਹੋਏਗਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਕਈ ਵਾਰੀ ਸਾਨੂੰ ਸਕੀਮਾਂ ਜਿਹੜੀਆਂ ਦੇਖਣ 'ਚ ਚੰਗੀਆਂ ਲੱਗਦੀਆਂ ਨੇ ਔਰ ਸਰਕਾਰ ਨੇ ਚਲੋ ਇਸ ਗੱਲ ਦੀ ਚੰਗੀ ਗੱਲ ਹੈ ਕਿ ਇਹ ਕਦਮ ਚੁੱਕੇ ਨੇ ਕਿ ਇਸ ਦਾ ਕੋਈ ਅਲਟਰਨੇਟਿਵ ਵੀ ਸੋਚਣੇ ਸ਼ੁਰੂ ਕੀਤੇ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ, ਪਰ ਨਾਲ ਸਾਨੂੰ ਇਹ ਜ਼ਰੂਰ ਦੇਖਣਾ ਪਏਗਾ ਕਿ ਪ੍ਰੈਕਟੀਕਲ ਕਿੰਨੇ ਕੁ ਨੇ, ਕਿ ਹਕੀਕਤ 'ਚ ਹੋ ਸਕਦਾ ਸੰਭਵ। ਕੀ ਤੁਹਾਨੂੰ ਲੱਗਦਾ ਕਿ ਜਿਹੜੇ ਅਸੀਂ 10 ਤਰੀਕ ਤੋਂ ਇੱਕ ਜ਼ੋਨ ਚਲਾਵਾਂਗੇ ਮਾਲਵੇ ਦੇ ਅਤੇ ਦੂਜੇ ਜ਼ੋਨ ਵਾਲੇ ਕਿਸਾਨ ਟਿਕ ਪਾਉਣਗੇ? ਤਾਂ ਇਸ ਤਰ੍ਹਾਂ ਉਹ ਕਹਿੰਦੇ ਕਿ ਅਸੀਂ ਬਿਜਲੀ ਦੀ ਜਿਹੜੀ ਵੰਡ ਹੈ ਉਹ ਕਰ ਦੇਵਾਂਗੇ ਕਿ ਦੂਜੇ ਏਰੀਏ 'ਚ ਅਸੀਂ ਉਹਨਾਂ ਟਾਈਮ ਬਿਜਲੀ ਹੀ ਨਹੀਂ ਦੇਵਾਂਗੇ। ਤਾਂ ਇਹ ਆਤਿਸ਼ 2 ਚੀਜ਼ਾਂ 'ਤੇ ਜਿਹੜੀ ਮੁੱਖ ਤੌਰ 'ਤੇ ਜਿਹੜੀ ਚਰਚਾ ਉੱਥੇ ਹੋਈ ਹੈ। ਪਰ ਇਹਦੇ ਵਿੱਚ ਇਹ ਵੀ ਦੇਖਣਾ ਪਏਗਾ ਜਿਸ ਤਰ੍ਹਾਂ 2008-9 ਦੇ ਵਿੱਚ ਪਾਣੀ ਦੀ ਬਚਤ ਨੂੰ ਲੈ ਕੇ ਇੱਕ ਵਾਟਰ ਕੰਜ਼ਰਵੇਸ਼ਨ ਨੂੰ ਲੈ ਕੇ ਇੱਕ ਐਕਟ ਬਣਾਇਆ ਸੀ ਜਿਹਦੇ ਤਹਿਤ ਇਹ ਤੈਅ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਬਿਜਾਂਦ ਹੈ ਜਾਂ ਲਵਾਈ ਹੈ ਉਹ 15 ਜੂਨ ਤੋਂ ਪਹਿਲਾਂ ਨਹੀਂ ਸ਼ੁਰੂ ਹੋਏਗੀ। ਤਾਂ ਉਹ ਜੇ ਅਗਰ ਪਹਿਲਾਂ ਕਰਦੇ ਨੇ ਇਸ ਕਿਸਮ ਦੀ ਕੋਈ ਸਰਕਾਰ ਕੋਈ ਨਵਾਂ ਲੈ ਆਉਂਦੀ ਫਾਰਮੂਲਾ ਕਿ ਅਸੀਂ 10 ਦੀ ਥਾਂ 1 ਨੂੰ ਕਰਨੀ ਹੈ ਜਾਂ ਮਈ 'ਚ ਸ਼ੁਰੂ ਕਰ ਦੇਣੀ ਹੈਗੀ ਹੈ, ਤਾਂ ਉਹ ਐਕਟ ਦੀ ਨਜ਼ਰ ਤੋਂ ਵੀ ਕਾਨੂੰਨੀ ਨੁਕਤੇ ਤੋਂ ਵੀ ਇਸ ਨੂੰ ਜਿਹੜਾ ਹੈ ਇਹਦਾ ਖਿਆਲ ਰੱਖਣਾ ਹੋਏਗਾ। ਨਾਲੇ ਇਹ ਹੈ ਕਿ ਹੋਰ ਅਲਟਰਨੇਟਿਵ ਵੀ ਹੈਗੇ ਨੇ, ਜਿਸ ਤਰ੍ਹਾਂ ਬਾਸਮਤੀ ਹੈ ਸਾਡੇ ਕੋਲ, ਬਾਸਮਤੀ 1 ਮਹੀਨਾ ਲੇਟ ਹੈ ਜਿਹੜੀ ਉਹਦੀ ਲਵਾਈ ਸ਼ੁਰੂ ਹੁੰਦੀ ਹੈ, ਪਰ ਉਹਦਾ ਸਮੱਸਿਆ ਇਹ ਹੈ ਕਿ ਉਹਦੀ ਮਾਰਕੀਟਿੰਗ ਦੀ ਸਮੱਸਿਆ ਆ ਜਾਂਦੀ ਹੈਗੀ ਹੈ। ਉਹਦਾ ਮਾਰਕੀਟਿੰਗ ਦਾ ਕੋਈ ਹੱਲ ਕਰ ਲਿਆ ਜਾਵੇ ਕਿਉਂਕਿ ਸਰਕਾਰੀ ਉਹਦੀ ਖਰੀਦ ਨਹੀਂ ਹੈਗੀ, ਤਾਂ ਉਹਦੇ ਪਾਸੇ ਵੀ ਸੋਚਿਆ ਜਾ ਸਕਦਾ। ਸਰਕਾਰ ਅੱਜ ਅਲੱਗ-ਅਲੱਗ ਕਿਸਾਨ ਆਗੂ ਨੇ ਆਪਣਾ ਜਿਹੜਾ ਮਸ਼ਵਰਾ ਹੈ ਉਹ ਦਿੱਤਾ ਹੈ। ਇੱਕ ਗੱਲ ਇਹ ਵੀ ਚੱਲੀ ਸੀ ਕਿ ਅਸੀਂ ਜਿਹੜੀ ਕੁਛ ਖੇਤ ਹੈ ਜਿਹੜੇ ਖਾਲੀ ਰੱਖ ਲਈਏ, ਜਿਸ ਤਰ੍ਹਾਂ ਕੋਈ ਨਬਾਰਡ ਦੀ ਸਕੀਮ ਹੈ ਕਹਿੰਦੇ ਕਿ ਉਹਦੇ ਵਿੱਚ 2 ਏਕੜ ਜੇ ਤੁਸੀਂ ਖਾਲੀ ਰੱਖਦੇ ਹੋ
ਤਾਂ ਜਾਂ 2 ਮਹੀਨਿਆਂ ਲਈ ਖਾਲੀ ਰੱਖਦੇ ਹੋ ਤਾਂ ਤੁਹਾਨੂੰ 10,000 ਰੁਪਏ ਦਾ ਕੋਈ ਮੁਆਵਜ਼ਾ ਮਿਲਦਾ ਹੈਗਾ। ਪਰ ਉਹ ਕਿਸਾਨਾਂ ਨੇ ਕਿਹਾ ਕਿ ਕਿਸਾਨ ਰੱਖਣ ਨੂੰ ਤਿਆਰ ਹੈ, ਅਗਰ ਫੁੱਲ ਮੁਆਵਜ਼ਾ ਜਿਹੜਾ ਸਾਲ ਦਾ ਸਰਕਾਰ ਉਹਨਾਂ ਨੂੰ ਦਿੰਦੀ ਹੈ। ਇਸ ਗੱਲ ਲਈ ਵੀ ਉਹ ਰਜ਼ਾਮੰਦ ਹੈ ਜਿਹੜੇ ਹੁੰਦੇ ਨਜ਼ਰ ਆਏ ਨੇ। ਪਰ ਮੋਟੇ ਤੌਰ 'ਤੇ ਅਤਿਸ਼ ਇਹ ਲੱਗਦਾ ਹੈਗਾ ਕਿ ਸਰਕਾਰ ਨੇ ਜਿੰਨੀਆਂ ਵੀ ਅੱਜ ਗੱਲਾਂ ਕੀਤੀਆਂ ਨੇ ਉਹਦੇ ਵਿੱਚ ਇੱਕ ਗੱਲ ਹੀ ਤੈਅ ਹੋਈ ਹੈ ਕਿ ਝੋਨਾ ਅੱਗੇ ਲਾ ਲਓ, ਪਿੱਛੇ ਲਾ ਲਓ, ਇਸ ਤਰ੍ਹਾਂ ਦਾ ਝੋਨਾ ਲਾ ਲਓ, ਲੇਟ ਲਾ ਲਓ, ਪਹਿਲਾਂ ਲਾ ਲਓ, ਜ਼ੋਨਾਂ 'ਚ ਵੰਡ ਕੇ ਲਾ ਲਓ। ਇਹਦਾ ਮਤਲਬ ਝੋਨਾ ਤਾਂ ਲਾ ਲਓ ਤੁਸੀਂ, ਜੀ ਮਸਲਾ ਇਹ ਹੈ ਕਿ ਝੋਨੇ ਹੇਠ ਰਕਬਾ ਕਿਵੇਂ ਕੱਢਿਆ ਜਾ ਸਕਦਾ ਹੈਗਾ। ਜੀ ਬਿਲਕੁਲ ਇਹ ਤਾਂ ਇੱਕ ਤਰ੍ਹਾਂ ਪੈਚ ਵਰਕ ਹੋਇਆ ਕਿ ਕੰਮ ਚਲਾਊ ਕੰਮ ਹੋਇਆ। ਜੀ ਪਰ ਇਹ ਤਾਂ ਨਹੀਂ ਕਿ ਅਸੀਂ ਮੂਲ ਜਿਹੜੀ ਬਿਮਾਰੀ ਹੈ ਅਸਲ 'ਚ ਉਹਨੂੰ ਜੜ ਤੋਂ ਕਿਵੇਂ ਫੜਿਆ ਜਾਵੇ। ਜੀ ਲੋੜ ਤਾਂ ਖੇਤੀ ਵਿਭਿੰਨਤਾ ਦੀ ਹੈ ਕਿ ਇਹਦਾ ਕੋਈ ਪੱਕਾ ਔਰ ਟਿਕਾਊ ਹੱਲ ਕੱਢਿਆ ਜਾਵੇ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਆਪਣੇ ਦਿੱਲੀ ਮਾਡਲ ਦੀ ਗੱਲ ਕਰਦੀ ਹੈ, ਅਗਰ ਪੰਜਾਬ 'ਚ ਉਹ ਦਿੱਲੀ ਮਾਡਲ ਦੀ ਤਰ੍ਹਾਂ ਸਕੂਲ ਐਜੂਕੇਸ਼ਨ ਜਾਂ ਹੈਲਥ ਨੂੰ ਕਰ ਦਿੰਦੀ ਹੈ, ਔਰ ਜੇ ਉਹ ਪੰਜਾਬ ਦੀ ਖੇਤੀ ਦੇ ਵਿੱਚ ਕੋਈ ਬਦਲਾਅ ਕਰਦੀ ਹੈ, ਜਿਸ ਤਰ੍ਹਾਂ ਉਹ ਬਦਲਾਅ ਦੀ ਗੱਲ ਕਰਦੇ ਹੈਗਾ ਨਾ, ਜੇ ਪੰਜਾਬ ਦੀ ਖੇਤੀ ਨੂੰ ਬਦਲਾਉਂਦੇ ਨੇ, ਪੰਜਾਬ ਦੀ ਕਿਸਾਨੀ ਨੂੰ ਪੈਰਾਂ ਸਿਰ ਖੜਾ ਕਰਦੇ ਨੇ, ਕੋਈ ਨਵਾਂ ਵਿਜ਼ਨ ਲੈ ਕੇ ਆਉਂਦੇ ਆ ਔਰ ਸੱਚਮੁੱਚ ਤਬਦੀਲ ਹੁੰਦਾ ਹੈ, ਤਾਂ ਪੰਜਾਬ ਦੇ ਲੋਕ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਗੇ। ਜੀ ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਇਹ ਸਾਰੀਆਂ ਚੀਜ਼ਾਂ ਜਿਹੜਾ ਹੈ ਇੱਕ ਡੰਗ ਟਪਾਊ ਹੈ, ਕੋਈ ਪੱਕਾ ਹੱਲ ਨਹੀਂ ਹੈ। ਫਿਰ ਅਸੀਂ ਜਾਣਨਾ ਚਾਹਾਂਗੇ ਕਿਸਾਨਾਂ ਨੂੰ ਕਣਕ ਦੇ ਝੋਨੇ ਦੇ ਜਿਹੜੇ ਗੇੜ ਤੋਂ ਕਿਵੇਂ ਬਾਹਰ ਕੱਢਿਆ ਜਾ ਸਕਦਾ, ਜਾਂ ਸਰਕਾਰ ਇਸ ਲਈ ਕੀ ਕੁਝ ਕਰ ਰਹੀ ਹੈ ਜਾਂ ਕੀ ਕੁਝ ਕਰਨਾ ਚਾਹੀਦਾ? ਦੇਖੋ, ਕਿਸਾਨਾਂ ਦੀ ਤਾਂ ਕਣਕ ਝੋਨੇ ਦੇ ਗੇੜ 'ਚ ਪੈਣਾ ਕਿਸਾਨਾਂ ਦੀ ਤਾਂ ਮਜਬੂਰੀ ਹੈਗੀ ਹੈ, ਪਰ ਸਾਡੀਆਂ ਸਿਆਸੀ ਪਾਰਟੀਆਂ ਨੇ ਖੁਦ ਕਿਸਾਨਾਂ ਨੂੰ ਇਸ ਝਾੜ ਤੇ ਖੁਦ ਲਾਇਆ ਹੋਇਆ ਹੈ। ਜਦੋਂ ਅਸੀਂ ਕਹਿੰਦੇ ਅਸੀਂ ਇਸ ਗੱਲ ਦੇ ਖਿਲਾਫ ਨਹੀਂ ਕਿ ਕਿਸਾਨਾਂ ਨੂੰ ਜਿਹੜੀ ਬਿਜਲੀ ਸਬਸਿਡੀ ਨਾ ਮਿਲੇ, ਅਸੀਂ ਕਹਿੰਦੇ ਕਿ ਕਿਸਾਨਾਂ ਨੂੰ ਖੇਤੀ ਸਬਸਿਡੀ ਮਿਲਣੀ ਚਾਹੀਦੀ ਹੈ ਔਰ ਇੱਕ ਢੁਕਵੇਂ ਰੂਪ ਔਰ ਚੰਗੇ ਰੂਪ ਦੇ ਵਿੱਚ ਮਿਲਣੀ ਚਾਹੀਦੀ ਹੈਗੀ ਹੈ, ਜਿਹੜੀ ਸਹੀ ਅਰਥਾਂ ਦੇ ਵਿੱਚ ਕਿਸਾਨੀ ਦੇ ਭਲੇ ਵਾਲੀ ਸਬਸਿਡੀ ਹੋਵੇ। ਪਰ ਅਸੀਂ ਮੁਫਤ ਬਿਜਲੀ ਦੇ ਦਿੱਤੀ ਹੈ 1997 ਤੋਂ ਲੈ ਕੇ ਕਿਸਾਨਾਂ ਨੂੰ, ਇੱਕ ਰਾਹ ਖੋਲ੍ਹ ਦਿੱਤਾ ਕਿ ਤੁਸੀਂ ਕਿੰਨੀ ਮਰਜ਼ੀ ਬਿਜਲੀ ਵਰਤੋ, ਤੁਹਾਨੂੰ ਮੁਫਤ ਮਿਲੇਗੀ। ਫਿਰ ਜਦੋਂ ਤੁਹਾਨੂੰ ਮੁਫਤ ਬਿਜਲੀ ਮਿਲ ਰਹੀ ਹੋਵੇ, ਤੁਹਾਡੀਆਂ ਖੇਤੀ ਮੋਟਰਾਂ ਚੱਲ ਰਹੀਆਂ ਹੋਣ, ਤਾਂ ਕਿਸਾਨ ਝੋਨਾ ਕਿਉਂ ਨਹੀਂ ਬੀਜੇਗਾ? ਬਿਲਕੁਲ, ਉਹ ਤਾਂ ਝੋਨਾ ਲਾਏਗਾ। ਤੇ ਦੂਸਰਾ ਅਸੀਂ ਇਹ ਵੀ ਕਹਿ ਦਿੱਤਾ ਹੈਗਾ ਕਿ ਤੁਸੀਂ ਖੁੱਲ੍ਹੇ ਕਨੈਕਸ਼ਨ ਵੀ ਲੈ ਲਓ। ਗੱਠਜੋੜ ਦੀ ਸਰਕਾਰ ਸਮੇਂ ਮੈਂ ਦੇਖਦਾ ਰਿਹਾ ਕਿ ਕਿਸਾਨਾਂ 'ਤੇ ਕੋਈ ਰੋਕ ਨਹੀਂ ਸੀ। ਤੁਸੀਂ ਉਹਨਾਂ ਲਈ ਨਵੀਆਂ ਸਕੀਮਾਂ ਦਿੱਤੀਆਂ ਕਿ ਤੁਸੀਂ ਆਪਣੇ ਖਰਚੇ 'ਤੇ ਟਿਊਬਵੈੱਲ ਲਗਾ ਲਓ, ਆਪਣੇ ਖਰਚੇ 'ਤੇ ਤੁਸੀਂ ਖੇਤੀ ਮੋਟਰਾਂ ਲਗਾ ਲਓ। ਜਦੋਂ ਅਸੀਂ ਉਹਨਾਂ ਨੂੰ ਮੁਫਤ ਬਿਜਲੀ ਵੀ ਦੇ ਰਹੇ ਹਾਂ, ਉਹਨਾਂ ਨੂੰ ਖੁੱਲ੍ਹੇ ਥੋਕ ਦੇ ਵਿੱਚ ਉਹਨਾਂ ਨੂੰ ਅਸੀਂ ਟਿਊਬਵੈੱਲ ਕਨੈਕਸ਼ਨ ਵੀ ਦੇ ਰਹੇ ਹਾਂ, ਤੇ ਫਿਰ ਅਸੀਂ ਨਾਲ ਕਹਿ ਰਹੇ ਹਾਂ ਕਿ ਤੁਸੀਂ ਝੋਨਾ ਨਾ ਲਾਓ। ਤੇ ਸਾਨੂੰ ਇਹ ਪੈਂਤੜਾ ਜਿਹਾ ਸਪਸ਼ਟ ਕਰਨਾ ਪਏਗਾ। ਪਿਛਲੇ 20-25 ਸਾਲਾਂ ਤੋਂ ਦੇਖਦੇ ਹਾਂ ਕਿ ਜਦੋਂ ਦੀ ਕਿਸਾਨੀ ਮਰ ਰਹੀ ਹੈ, ਖਾਸ ਕਰਕੇ ਕਾਟਨ 92 ਤੋਂ ਦੇਖ ਰਹੇ ਹਾਂ ਕਿ ਥੱਲੇ ਨੂੰ ਆ ਰਹੀ ਸੀਗੀ ਮਾਲਵਾ ਖੇਤਰ ਦੇ ਵਿੱਚ, ਤੇ ਖੇਤੀ ਵਿਭਿੰਨਤਾ ਦਾ ਵਧੀਆ ਰਾਹ ਸੀਗਾ ਕਣਕ ਝੋਨੇ, ਪਰ ਨਾ ਤਾਂ ਸਰਕਾਰ ਨੇ ਕਾਟਨ ਨੂੰ ਬਚਾਇਆ, ਕਦੇ ਉਹਨੂੰ ਪ੍ਰਮੋਟ ਕੀਤਾ ਹੋਵੇ, ਉਹਦੇ ਹੱਲ ਕੀਤੇ ਹੋਣ ਜਿੰਨੇ ਵੀ ਉਸ 'ਤੇ ਕਾਟਨ 'ਤੇ ਹੱਲੇ ਪਏ ਨੇ ਅੱਜ ਤੱਕ, ਤੇ ਨਾ ਹੀ ਖੇਤੀ ਵਿਭਿੰਨਤਾ ਵੱਲ ਕੋਈ ਰਾਹ ਕੱਢਿਆ ਹੈਗਾ। ਔਰ ਸਰਕਾਰਾਂ ਨੇ ਅੱਜ ਤੱਕ ਸੋਚਿਆ ਨਹੀਂ। ਸਰਕਾਰਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਸਾਲਾਨਾ 7,000 ਦੀ ਜਿਹੜੀ ਬਿਜਲੀ ਦੀ ਸਬਸਿਡੀ ਕਿਸਾਨਾਂ ਨੂੰ ਦੇ ਦਿੰਦੇ ਹਾਂ ਔਰ ਅਸੀਂ ਆਪਣੀ ਡਿਊਟੀ ਤੋਂ ਮੁਕਤ ਹੋ ਜਾਂਦੇ ਹਾਂ। ਇਹਨਾਂ ਨੂੰ ਲੱਗਦਾ ਹੀ ਨਹੀਂ ਕਿ ਅਸੀਂ ਖੇਤੀ ਬਿਜਲੀ ਤੋਂ ਇਲਾਵਾ ਹੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰਾਂ ਨੂੰ ਕਰਨ ਦੀ ਲੋੜ ਹੈ, ਔਰ ਪੰਜਾਬ ਸਰਕਾਰ ਨੂੰ ਵੀ ਇਸ ਰਾਹ ਪੈਣ ਦੀ ਲੋੜ ਹੈ। ਮੇਨ ਤਾਂ ਕਿ ਪੰਜਾਬ ਦਾ ਪਾਣੀ ਹੈ, ਮਤਲਬ 2/3 ਪੰਜਾਬ ਤਾਂ ਜਿਹੜਾ ਡਾਰਕ ਜ਼ੋਨ 'ਚ ਆ ਗਿਆ। ਸਾਡੇ ਪਾਣੀ ਹੇਠਾਂ ਚਲੇ ਗਏ ਨੇ। ਸਾਡੀਆਂ ਜਿਹੜੀਆਂ ਟਰਡੀਸ਼ਨਲ ਕ੍ਰੌਪਸ ਸੀਗੀਆਂ, ਜੌਂ ਸੀ, ਬਾਜਰਾ ਸੀ, ਮੱਕੀ ਸੀ, ਛੋਲੇ ਸੀ, ਉਹ ਸਾਰੀਆਂ ਮਰ ਗਈਆਂ ਨੇ। ਅੱਜ ਸਾਡੀ ਕਾਟਨ ਕਿਸੇ ਵੇਲੇ ਪੰਜਾਬ ਦੇ ਵਿੱਚ ਆਤਿਸ਼ 7 ਲੱਖ ਹੈਕਟੇਅਰ ਰਕਬਾ ਹੁੰਦਾ ਸੀ, ਤੇ ਅੱਜ ਸਾਡੇ ਕੋਲ 3 ਲੱਖ ਹੈਕਟੇਅਰ ਹੈ ਜਿਹੜਾ ਰਕਬਾ ਉਹ ਬਚਿਆ ਪੰਜਾਬ ਦੇ ਵਿੱਚ। ਲੋੜ ਤਾਂ ਇਸ ਗੱਲ ਦੀ ਹੈਗੀ ਹੈ, ਪਰ ਇਹ ਫੈਸਲਾ ਲੈਣਾ ਪਏਗਾ। ਦੂਸਰੇ ਸੂਬਿਆਂ ਦੇ ਵਿੱਚ ਖੇਤੀ ਵਿਭਿੰਨਤਾ ਨੂੰ ਲੈ ਕੇ ਬਹੁਤ ਸਾਰਾ ਕੰਮ ਹੋ ਰਿਹਾ। ਆਪਣਾ ਗੁਆਂਢੀ ਸੂਬਾ ਹਰਿਆਣਾ ਹੈ, ਇਹ ਕਹਿੰਦੇ ਨੇ ਕਿ ਜੇ ਕੋਈ ਬੰਦਾ ਕਿਸਾਨ ਝੋਨਾ ਨਹੀਂ ਲਾਏਗਾ ਤਾਂ ਅਸੀਂ ਉਸ ਨੂੰ ਪ੍ਰਤੀ ਏਕੜ 7500 ਰੁਪਇਆ ਦੇਵਾਂਗੇ। ਤਾਂ ਸਾਨੂੰ ਉਸ ਤੋਂ ਸਿੱਖ ਲੈਣਾ ਚਾਹੀਦਾ ਹੈ। ਮਤਲਬ ਇਹ ਗੱਲ ਇਹ ਨਹੀਂ ਕਿ ਤੁਸੀਂ ਕਿਸਾਨ ਨੂੰ ਕਹੋ ਵੀ ਝੋਨੇ ਦੇ ਗੇੜ 'ਚੋਂ ਨਿਕਲ ਜਾ। ਸਾਨੂੰ ਕੁਛ ਅਲਟਰਨੇਟਿਵ ਦੇਣੇ ਪੈਣਗੇ। ਸਾਨੂੰ ਖੇਤੀ ਵਿਭਿੰਨਤਾ ਦੇ ਰਾਹ ਪਏਗਾ। ਸਾਨੂੰ ਦੱਸਣਾ ਪਏਗਾ ਕਿ ਜੇ ਤੁਸੀਂ ਸਬਜ਼ੀਆਂ ਉਗਾਓਗੇ, ਤੁਸੀਂ ਹਾਰਟੀਕਲਚਰ ਵੱਲ ਜਾਓਗੇ, ਤੁਹਾਡੀ ਮਾਰਕੀਟਿੰਗ ਅਸ਼ੋਰ ਕਰਨੀ ਪਏਗੀ। ਜਿਵੇਂ ਆਂਧਰਾ ਪ੍ਰਦੇਸ਼ ਹੈ ਜਾਂ ਤੇਲੰਗਾਨਾ ਹੈਗਾ, ਉਹ ਬਹੁਤ ਸਾਰੀਆਂ ਫਸਲਾਂ 'ਤੇ ਜਿਹੜਾ ਸਟੇਟ ਦੀ ਤਰਫੋਂ MSP ਜਿਹੜੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਕਰਨਾਟਕਾ ਦੇ ਵਿੱਚ ਮੱਕੀ, ਜੇ ਕੋਈ ਕਿਸਾਨ ਕਰਨਾਟਕਾ 'ਚ ਮੱਕੀ ਲਾਉਂਦਾ ਹੈ, ਉਹਨੂੰ 4,000 ਰੁਪਈਆ ਜਿਹੜਾ ਹੈਗੀ ਉੱਥੋਂ ਦੀ ਕਰਨਾਟਕਾ ਦੀ ਸਰਕਾਰ ਹੈ ਜਿਹੜੀ ਉਹ ਪੇ ਕਰਦੀ ਹੈਗੀ ਹੈ। ਜਦੋਂ ਦੀ ਹਰੀ ਕ੍ਰਾਂਤੀ ਆਈ ਹੈ, ਮੈਨੂੰ ਲੱਗਦਾ ਕਿ ਪੰਜਾਬ ਨੂੰ ਸਭ ਤੋਂ ਵੱਡਾ ਜਿੱਥੇ ਫਾਇਦਾ ਹੋਇਆ, ਪ੍ਰੋਡਕਸ਼ਨ ਵਧੀ ਹੈ। ਅਸੀਂ ਕਹਿੰਦੇ ਕਿ ਸਾਰੇ ਦੇਸ਼ ਦਾ ਜਿਹੜਾ ਢਿੱਡ ਹੈ ਪੰਜਾਬ ਦਾ ਕਿਸਾਨ ਭਰਦਾ ਹੈਗਾ, ਅਤੇ ਅਸੀਂ ਉੱਥੇ ਆਪਦੇ ਪੈਰੀ ਕਹਾੜਾ ਵੀ ਮਾਰਿਆ। ਬਹੁਤ ਸਾਰੀਆਂ ਅਲਾਮਤਾਂ ਨੂੰ ਜਨਮ ਦਿੱਤਾ। ਅਸੀਂ ਝੋਨੇ ਅਤੇ ਕਣਕ ਦੇ ਗੇੜ 'ਚ ਪੈ ਗਏ। ਜਿਵੇਂ ਪਾਣੀ ਸਾਡਾ ਖਰਾਬ ਹੋ ਗਿਆ, ਸਾਡੀ ਧਰਤੀ ਦੀ ਜਿਹੜੀ ਸਿਹਤ ਹੈ ਉਹ ਖਰਾਬ ਹੋ ਗਈ। ਪਰਾਲੀ ਦਾ ਵੱਡਾ ਮਸਲਾ ਹੈਗਾ। ਸਾਰੀਆਂ ਇੱਕ ਚੀਜ਼ਾਂ ਜੁੜੀਆਂ ਹੋਈਆਂ ਇੱਕ ਦੂਜੇ ਦੇ ਨਾਲ।
ਅੱਜ ਪ੍ਰਦੂਸ਼ਣ ਜਦੋਂ ਝੋਨੇ ਦਾ ਸੀਜ਼ਨ ਖਤਮ ਹੁੰਦਾ ਹੈ ਤਾਂ ਉਹ ਪਰਾਲੀ ਅਸੀਂ ਸਾਰੇ ਕਿਸਾਨ ਸਾੜਦੇ ਆ, ਉਹਦਾ ਕੋਈ ਹੱਲ ਨਹੀਂ ਕੱਢਿਆ। ਨਾ ਸੈਂਟਰ ਸਰਕਾਰ ਸੈਂਟਰ ਸਰਕਾਰ ਨੇ ਪਿੱਛੇ 1100 ਕਰੋੜ ਰੁਪਏ ਦਿੱਤਾ ਸੀ ਕਿ ਪਰਾਲੀ ਨਾ ਜਲਾਈ ਜਾਵੇ, ਪਰ ਫਿਰ ਵੀ ਸਾਡੇ ਪਰਾਲੀ ਨੂੰ ਅੱਗਾਂ ਲੱਗ ਰਹੀਆਂ ਨੇ। ਕਸੂਰ ਕਿਸਾਨ ਦਾ ਨਹੀਂ ਹੈਗਾ। ਕਿਸਾਨ ਨੂੰ ਤੁਸੀਂ ਮੋਟੀਵੇਟ ਤਾਂ ਕਰੋਗੇ ਨਾ ਜੀ, ਉਹਨੂੰ ਮੈਂਟਲੀ ਪ੍ਰਪੇਅਰ ਕਰੋ ਕਿ ਭਾਈ ਤੁਸੀਂ ਖੇਤੀ ਵਿਭਿੰਨਤਾ ਦੇ ਰਾਹ 'ਚ ਪੈਣਾ, ਤੇਰੇ ਲਈ, ਤੇਰੇ ਪਰਿਵਾਰ ਲਈ, ਸਾਡੇ ਸਟੇਟ ਲਈ ਇਹ ਫਾਇਦੇ ਦਾ ਸੌਦਾ ਹੈਗਾ। ਫਿਰ ਪਲੱਸ ਉਹਨੂੰ ਫਾਈਨੈਂਸ਼ੀਅਲੀ ਹੈਲਪ ਕਰੋ। ਜੀ, ਅਗਲਾ ਕਹਿੰਦਾ ਕਿ ਜੀ ਮੈਂ ਝੋਨੇ ਦੇ ਗੇਟ 'ਚੋਂ ਨਿਕਲ ਜੂੰਗਾ ਤੇ ਮੈਨੂੰ ਤੁਸੀਂ ਸਰਕਾਰ ਕੀ ਕਰੇਗੀ? ਬਿਲਕੁਲ। ਕਿਉਂਕਿ ਪੰਜਾਬ ਦਾ ਕਿਸਾਨ ਹੈ ਜਿਹੜਾ ਅੱਜ ਇੰਨਾ ਸਮਰੱਥ ਨਹੀਂ ਹੈਗਾ। ਪੰਜਾਬ ਦੇ ਕਿਸਾਨ ਦੇ ਸਿਰ ਅੱਜ ਕਿੰਨਾ ਕਰਜ਼ਾ ਹੈਗਾ। ਖੁਦਕੁਸ਼ੀਆਂ ਦਾ ਦੌਰ ਪਿਛਲੇ ਮੈਂ 25 ਸਾਲ ਤੋਂ ਦੇਖ ਰਿਹਾ। ਖੁਦਕੁਸ਼ੀਆਂ ਨਹੀਂ ਰੁਕੀਆਂ ਔਰ ਸਰਕਾਰ ਕਦੇ ਸਿੰਸੈਰਿਟੀ ਨਹੀਂ ਦਿਖੀ। ਆਪਾਂ ਖੇਤੀ ਪਾਲਿਸੀ ਦੀ ਕਿੰਨੇ ਵਾਰ ਗੱਲ ਕੀਤੀ ਹੈ, ਉਹ ਨਹੀਂ ਹੋਇਆ। ਜਿਸ ਤਰ੍ਹਾਂ ਬਹੁਤ ਸਾਰੇ ਸੂਬਿਆਂ ਨੇ ਸਟੈਬਲਾਈਜ਼ਡ ਫੰਡ ਹੈ ਜਿਹੜੇ ਬਣਾਏ ਹੋਏ ਨੇ, ਜੇ ਭਾਅ ਗਿਰਨਗੇ ਤਾਂ ਉਹਨੂੰ ਲੱਗਦਾ ਕਿ ਸਟੇਟ ਹੈਲਪ ਕਰ ਦੇਗੀ। ਸਾਡੇ ਉਹ ਨਹੀਂ। ਸੈਂਟਰ ਦੀਆਂ ਕਿੰਨੀਆਂ ਸਕੀਮਾਂ ਸਾਡੇ ਸ਼ੇਅਰਿੰਗ ਬੇਸ 'ਤੇ, ਅਸੀਂ ਉਹਦੇ ਵਿੱਚ ਆਪਣਾ ਸ਼ੇਅਰ ਨਹੀਂ ਪਾ ਰਹੇ। ਸਾਡੀ ਸਿੰਸੈਰਿਟੀ ਕਿੱਥੇ ਹੈ? ਬਸ ਮੁੱਕਦੀ ਗੱਲ ਉਹ ਆ ਜਾਂਦੀ ਹੈ ਕਿ ਅਸੀਂ ਤੁਹਾਨੂੰ ਜੀ ਮੁਫਤ ਬਿਜਲੀ ਦੇਵਾਂਗੇ, ਉੱਥੇ ਹੀ ਗੱਲ ਖਤਮ ਕਰ ਦਿੱਤੀ ਜਾਂਦੀ ਹੈ। ਸਾਡੇ ਫਾਰਮਰ ਕਮਿਸ਼ਨ ਬਣਿਆ ਸੀ, ਉਹਦਾ ਡਰਾਫਟ ਵੀ ਤਿਆਰ ਕੀਤਾ ਖੇਤੀ ਨੀਤੀ ਦਾ, ਪਰ ਅੱਜ ਤੱਕ ਲਾਗੂ ਨਹੀਂ ਹੋ ਸਕੀ। ਤਾਂ ਇਹ ਆਮ ਆਦਮੀ ਪਾਰਟੀ ਸਰਕਾਰ ਕੋਲ ਇੱਕ ਚੰਗਾ ਮੌਕਾ ਹੈਗਾ ਜੀ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕੋਲ, ਜਿਹੜੇ ਕਹਿੰਦੇ ਨੇ ਕਿ ਅਸੀਂ ਆਮ ਘਰਾਂ 'ਚੋਂ ਆਏ ਨੇ ਸਾਰੇ ਲੋਕ, ਤਾਂ ਇਹ ਚੰਗਾ ਮੌਕਾ ਹੈ ਕਿ ਇਹ ਕੁਝ ਪ੍ਰੈਕਟੀਕਲੀ ਲੋਕਾਂ ਨੂੰ ਕਰਕੇ ਦਿਖਾਉਣ। ਔਰ ਇਹ ਨਹੀਂ ਇੱਕ ਟਿਕਾਊ ਹੋਣਾ ਚਾਹੀਦਾ, ਇੱਕ ਲੌਂਗ ਟਰਮ ਜਿਹੜੀ ਸੋਚ ਹੋਣੀ ਚਾਹੀਦੀ ਹੈ ਇਹਨਾਂ ਦੀ ਪਾਰਟੀ ਦੀ, ਇਹਨਾਂ ਦੀ ਸਰਕਾਰ ਦੀ। ਫੇਰ ਹੀ ਖੇਤੀ ਦਾ ਭਲਾ ਹੋ ਸਕਦਾ ਹੈ, ਜਿਹਦੇ ਵਿੱਚ ਹਰ ਫੈਸਲਾ ਲੈਣ ਤੋਂ ਪਹਿਲਾਂ ਕਿਸਾਨਾਂ ਦੀ ਸ਼ਮੂਲੀਅਤ ਵੀ ਜ਼ਰੂਰੀ ਹੈ। ਕਿਸਾਨਾਂ ਨੂੰ ਪੁੱਛ ਕੇ ਜੇ ਉਹਨੂੰ ਲੱਗਦਾ ਕਿ ਅਸੀਂ ਖੇਤੀ ਹੈ ਜਿਹੜੀ ਬਿਜਲੀ ਸਬਸਿਡੀ ਹੈ ਉਹ ਵੱਡੇ ਕਿਸਾਨਾਂ ਦੀ ਬੰਦ ਕਰਨੀ ਹੈ, ਧਨਾੜ ਕਿਸਾਨਾਂ ਦੀ ਬੰਦ ਕਰਨੀ ਹੈ, ਉਹਦੇ ਵਿੱਚ ਵੀ ਕਿਸਾਨਾਂ ਨੂੰ ਜਾਂ ਕਿਸਾਨ ਧਿਰਾਂ ਨੂੰ ਇਨਵੋਲਵ ਕਰਕੇ ਕਿ ਕਿਸ ਤਰ੍ਹਾਂ ਬੰਦ ਕੀਤੀ ਜਾਏ, ਤਾਂ ਫੈਸਲੇ ਵੀ ਸਹਿਮਤੀ ਨਾਲ ਹੋਣੇ ਚਾਹੀਦੇ, ਫੈਸਲੇ ਫੌਰੀ ਹੋਣੇ ਚਾਹੀਦੇ, ਟਿਕਾਊ ਹੋਣੇ ਚਾਹੀਦੇ ਔਰ ਲੰਬੇ ਸਮੇਂ ਦੇ ਹੋਣੇ ਚਾਹੀਦੇ ਨੇ। ਚਰਨਜੀਤ ਜੀ, ਜਿਵੇਂ ਆਪਾਂ ਹੁਣ ਵੀ ਵਾਰ-ਵਾਰ ਜ਼ਿਕਰ ਕਰਦੇ ਰਹੇ ਹਾਂ ਵੀ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕਈ ਵੱਡੇ ਵਾਅਦੇ ਕੀਤੇ ਆ ਤੇ ਉਹਨਾਂ ਨੇ ਇਹਨਾਂ ਵਾਅਦਿਆਂ ਵਿੱਚ ਹੀ ਇੱਕ ਸਭ ਤੋਂ ਪਹਿਲੀ ਗਰੰਟੀ ਦਿੱਤੀ ਸੀ 300 ਯੂਨਿਟ ਮੁਫਤ ਬਿਜਲੀ ਦੇਣ ਦੀ, ਤੇ ਉਹਨਾਂ ਨੇ ਉਸ ਆਪਣੀ ਗਰੰਟੀ ਤੇ ਜਿਹੜਾ ਹੈਗਾ ਪਹਿਰਾ ਦਿੰਦਿਆਂ ਢੋਲ ਵਜਾ ਦਿੱਤਾ ਤੇ ਕੱਲ ਮੁੱਖ ਮੰਤਰੀ ਨੇ ਐਲਾਨ ਵੀ ਕਰ ਦਿੱਤਾ। ਪਰ ਅਸੀਂ ਜਾਣਨਾ ਚਾਹਾਂਗੇ ਵੀ ਕਿ ਇਸ ਗਰੰਟੀ ਦੇ ਨਾਲ ਹੀ ਪੰਜਾਬ ਦੇ ਖਜ਼ਾਨੇ ਤੇ ਇੱਕ ਨਵਾਂ ਬੋਝ ਵੀ ਪਏਗਾ, ਜਿਹੜਾ ਨਵਾਂ ਕਰਜ਼ਾ ਜਿਹੜਾ ਹੈਗਾ ਸੁਣਨ 'ਚ ਆ ਰਿਹਾ ਵੀ ਕਿ ਚੱਕਣ ਜਾ ਰਹੀ ਹੈ ਸਰਕਾਰ, ਤੇ ਵੀ ਕਿ ਇਸ ਤਰ੍ਹਾਂ ਜਿਹੜਾ ਹੈਗਾ ਪਾਵਰਕੌਮ ਕਿਵੇਂ ਨਜਿੱਠੇਗਾ ਇਸ ਨੂੰ? ਦੇਖੋ, ਆਮ ਆਦਮੀ ਪਾਰਟੀ ਨੇ ਤਾਂ ਆਪਣੀ ਡਿਊਟੀ ਵਜਾ ਦਿੱਤੀ ਹੈਗੀ ਹੈ। ਦੋ ਫੈਸਲੇ ਪਿਛਲੇ ਦਿਨਾਂ 'ਚ ਆਮ ਆਦਮੀ ਪਾਰਟੀ ਨੇ ਬਿਜਲੀ ਨੂੰ ਲੈ ਕੇ ਲਏ ਨੇ। ਪਹਿਲਾ ਫੈਸਲਾ ਸੀਗਾ ਕਿ ਪੰਜਾਬ ਦੇ ਵਿੱਚ ਬਿਜਲੀ ਦਰਾਂ ਵਧਣਗੀਆਂ ਜਾਂ ਨਹੀਂ ਵਧਣਗੀਆਂ। ਜਿਹੜਾ ਚਾਲੂ ਮਾਲੀ ਸਾਲ ਚੱਲ ਰਿਹਾ ਹੈ ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੈਸਲਾ ਲਿਆ ਕਿ ਅਸੀਂ ਬਿਜਲੀ ਦੇ ਜਿਹੜੇ ਭਾਅ ਹੈ, ਦਰਾਂ ਨੇ, ਉਹਨਾਂ ਦੇ ਵਿੱਚ ਕੋਈ ਵਾਧਾ ਨਹੀਂ ਕਰਾਂਗੇ। ਤਾਂ ਇਹ ਵੀ ਮੈਨੂੰ ਲੱਗਦਾ ਉਹਨਾਂ ਨੇ ਚਾਹੇ ਇਤਿਹਾਸਕ ਫੈਸਲਾ ਹੋ ਸਕਦਾ ਹੈ, ਕਿਉਂਕਿ ਦੂਸਰੀ ਜਦੋਂ ਵੀ ਚੋਣਾਂ ਮਗਰੋਂ ਕੋਈ ਵੀ ਸਰਕਾਰ ਜਦੋਂ ਸੱਤਾ ਸੰਭਾਲਦੀ ਹੈ ਤਾਂ ਪਹਿਲੇ ਸਾਲ ਦੇ ਵਿੱਚ ਬਿਜਲੀ ਦੇ ਰੇਟ ਵੱਧਦੇ ਹੀ ਹੁੰਦੇ ਨੇ। ਇਹਨਾਂ ਨੇ ਨਹੀਂ ਵਧਾਏ। ਅਤੇ ਦੂਸਰਾ ਇਹਨਾਂ ਨੇ ਫੈਸਲਾ ਜਿਹੜਾ ਕੱਲ੍ਹ ਲਿਆ ਹੈਗਾ ਕਿ ਅਸੀਂ 300 ਯੂਨਿਟ ਹਰ ਘਰ ਨੂੰ ਬਿਜਲੀ ਪ੍ਰਤੀ ਮਹੀਨਾ ਮੁਫਤ ਦੇਵਾਂਗੇ। ਇਹ ਦੋ ਫੈਸਲੇ ਲਏ ਨੇ। ਹੁਣ ਇਹਨਾਂ ਨੇ ਆਪਣੀ ਤਰਫੋਂ ਤਾਂ ਦੋਨੇ ਫੈਸਲੇ ਲੈ ਲਏ ਨੇ। ਹੁਣ ਸਮੱਸਿਆ ਇਹ ਹੈ ਕਿ ਪਾਵਰਕੌਮ 'ਤੇ ਜਿਹੜਾ ਐਡਾ ਵੱਡਾ ਮਾਲੀ ਬੋਝ ਪੈ ਜਾਏਗਾ, ਉਸ ਨਾਲ ਸਰਕਾਰ ਕਿਵੇਂ ਨਜਿੱਠੇਗੀ? ਐਡੀ ਵੱਡੀ ਸਬਸਿਡੀ ਦੇ ਜਿਹੜੇ ਸੋਰਸਿਸ ਆ ਜਿਹੜੇ ਉਹ ਕਿੱਥੋਂ ਆਉਣਗੇ? ਕਿਉਂਕਿ ਪਾਵਰਕੌਮ ਤਾਂ ਪਹਿਲਾਂ ਹੀ ਉਹਨਾਂ ਦੀ ਪਿਛਲੇ ਸਾਲ ਦੀ 8500 ਕਰੋੜ ਰੁਪਏ ਦੀ ਜਿਹੜੀ ਸਬਸਿਡੀ ਹੈ ਉਹ ਰੁਕੀ ਪਈ ਹੈ। ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਲੱਗਦਾ ਕਿ ਅਸੀਂ 300 ਯੂਨਿਟ ਮੁਫਤ ਬਿਜਲੀ ਦੇ ਦਿੱਤੀ ਅਤੇ ਪੰਜਾਬ ਦੇ ਲੋਕਾਂ ਦੀ ਇਸੇ ਨਾਲ ਹੀ ਜ਼ਿੰਦਗੀ ਬਦਲ ਜਾਏਗੀ। ਇਹ ਵੀ ਪੂਰੀ ਗੱਲ ਹੈ ਜਿਹੜੀ ਠੀਕ ਨਹੀਂ। ਠੀਕ ਹੈ ਕਿ ਲੋੜਵੰਦ ਲੋਕ ਹੈ ਜਿਹੜੇ, ਉਹਨਾਂ ਨੂੰ ਇਹਦੇ ਨਾਲ ਸੁੱਖ ਦਾ ਸਾਹ ਜ਼ਰੂਰ ਆਏਗਾ। ਸਾਡੇ ਕੋਲ ਜਿਹੜੇ ਘਰੇਲੂ ਬਿਜਲੀ ਦੇ ਖਪਤਕਾਰ ਨੇ ਉਹ 73,80,000 ਨੇ, ਜਿਨ੍ਹਾਂ ਦੇ ਵਿੱਚੋਂ 62 ਲੱਖ ਖਪਤਕਾਰ ਹੈ ਜਿਹੜੇ ਉਹ ਨੇ ਜਿਨ੍ਹਾਂ ਦਾ ਬਿਜਲੀ ਦਾ ਬਿੱਲ ਹੈ ਜਿਹੜਾ ਉਹ 300 ਯੂਨਿਟ ਪ੍ਰਤੀ ਮਹੀਨਾ ਦੇ ਆਸ-ਪਾਸ ਜੇ ਰਹਿੰਦਾ ਹੈਗਾ। ਚਾਹੇ ਇਹਨਾਂ ਨੇ ਇਹ ਕੰਡੀਸ਼ਨ ਲਾ ਦਿੱਤੀ ਹੈ, ਕਿਉਂਕਿ ਚੋਣਾਂ ਵੇਲੇ ਇਹਨਾਂ ਨੇ ਕਿਹਾ ਸੀ ਕਿ ਸਾਰਿਆਂ ਦੇ ਮਾਫ ਹੋਣਗੇ, ਪਰ ਆਮ ਆਦਮੀ ਪਾਰਟੀ ਸਰਕਾਰ ਨੇ ਹੁਣ ਕਹਿਤਾ ਕਿ ਜਿਸ ਤਰ੍ਹਾਂ ਦਿੱਲੀ ਮਾਡਲ ਹੈ ਸਾਡਾ, ਕਿ ਜੇ ਤੁਹਾਡੇ ਸਰਦੇ ਪੁੱਜਦੇ ਲੋਕ ਹੈ ਜਿਹੜੇ, ਅਗਰ ਉਹਨਾਂ ਦਾ 2 ਮਹੀਨਿਆਂ ਦਾ 600 ਯੂਨਿਟ ਤੋਂ ਵਧੇਗਾ ਬਿੱਲ ਤਾਂ ਉਹਨਾਂ ਨੂੰ ਪੂਰਾ ਬਿੱਲ ਹੈ ਜਿਹੜਾ ਉਹ ਪੇ ਕਰਨਾ ਪਏਗਾ। ਪਰ ਇਸ ਗੱਲ ਦੇ ਬਾਵਜੂਦ ਜਿੰਨਾ ਕੁ ਅਸੀਂ ਡੇਟੇ 'ਤੇ ਨਜ਼ਰ ਮਾਰੀ ਹੈ, ਦੇਖੋ ਫਲੈਕਚੂਏਟ ਆਪਣੇ ਘਰਾਂ ਦਾ ਬਿੱਲ ਹੈ, ਤੁਹਾਡੇ ਘਰ ਦਾ ਬਿੱਲ ਹੋਵੇ ਚਾਹੇ ਮੇਰੇ ਘਰ ਦਾ ਬਿੱਲ ਹੋਵੇ, ਉਹ ਫਲੈਕਚੂਏਟ ਕਰਦਾ ਹੈ। ਸਾਡਾ ਗਰਮੀਆਂ 'ਚ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਵੱਧ ਜਾਂਦਾ ਹੈਗਾ, ਸਰਦੀਆਂ 'ਚ ਘਟ ਜਾਂਦਾ ਹੈਗਾ। ਜਦੋਂ ਸਰਦੀਆਂ 'ਚ ਵੱਧ ਤੋਂ ਵੱਧ ਲੋਕਾਂ ਦਾ ਘਟਦਾ ਹੈ, ਉਦੋਂ ਵੀ ਸਿਰਫ 4.5 ਲੱਖ ਲੋਕ ਹੈ ਖਪਤਕਾਰ ਨੇ ਜਿਨ੍ਹਾਂ ਦਾ ਬਿਜਲੀ ਦਾ ਬਿੱਲ 300 ਯੂਨਿਟ ਨੂੰ ਕ੍ਰੋਸ ਕਰਦਾ ਹੈਗਾ।
ਇਹਦਾ ਮਤਲਬ ਕਿ ਸਿਰਫ ਜੇ ਆਪਾਂ ਇਹ ਕਹਿ ਦਈਏ ਜੀ ਕਿ ਸਾਰਿਆਂ ਨੂੰ ਨਹੀਂ ਦਿੱਤਾ ਤਾਂ 4.5 ਲੱਖ ਬੰਦੇ ਤੋਂ ਇਲਾਵਾ ਬਾਕੀ ਜਿਹੜੇ ਖਪਤਕਾਰ ਬਚਦੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਇਹ 300 ਯੂਨਿਟ ਬਿਜਲੀ ਜਿਹੜੀ ਮਾਫ ਕੀਤੀ ਆ ਉਹਦਾ ਫਾਇਦਾ ਮਿਲੇਗਾ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਇਸ ਨੂੰ ਸਮੱਸਿਆ ਦਾ ਹੱਲ ਨਹੀਂ ਸਮਝ ਲੈਣਾ ਚਾਹੀਦਾ। ਪੰਜਾਬ ਦੇ ਲੋਕ ਮੰਗ ਕਰਦੇ ਨੇ ਕਿ ਉਹਨਾਂ ਨੂੰ ਸਸਤੀ ਬਿਜਲੀ ਮਿਲੇ, ਪੰਜਾਬ ਦੇ ਲੋਕ ਮੰਗ ਕਰਦੇ ਨੇ ਕਿ ਉਹਨਾਂ ਨੂੰ ਨਿਰਵਿਘਨ ਬਿਜਲੀ ਮਿਲੇ, ਉਹਨਾਂ ਨੂੰ ਪਾਵਰ ਕੱਟਾਂ ਦਾ ਸਾਹਮਣਾ ਨਾ ਕਰਨਾ ਪਵੇ। ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਦੂਸਰੀਆਂ ਦੀ ਤਰ੍ਹਾਂ ਪੈਂਤੜੇ ਲੈਂਦੀ ਹੈ, ਚਾਹੇ ਦੂਸਰੀਆਂ ਪਾਰਟੀਆਂ ਨੇ, ਪਿਛਲੀ ਸਰਕਾਰ ਨੇ ਵੀ 200 ਯੂਨਿਟ ਮਾਫ ਕੀਤੇ ਸੀ, ਚੋਣਾਂ 'ਚ ਸਾਰੀਆਂ ਪਾਰਟੀਆਂ ਨੇ ਜਿਹੜੇ ਵਾਅਦੇ ਕੀਤੇ ਸੀ ਕਿ ਅਸੀਂ ਯੂਨਿਟ ਮਾਫ ਕਰਾਂਗੇ। ਕੱਲੀ ਮੁਫਤਖੋਰੀ ਨਾਲ ਗੱਲ ਚੱਲਣੀ ਨਹੀਂ, ਲੋੜ ਇਸ ਗੱਲ ਦੀ ਹੈ ਕਿ ਅਸੀਂ 5 ਸਾਲਾਂ ਦਾ ਆਪਾਂ ਬਣਾ ਕੇ, ਕਿਉਂਕਿ ਫਿਰ ਤੁਹਾਡੇ ਤੇ ਦੂਸਰੀਆਂ ਪਾਰਟੀਆਂ 'ਚ ਕੀ ਫਰਕ ਰਹਿ ਗਿਆ। ਬਿਲਕੁਲ ਤੁਸੀਂ ਕੋਸ਼ਿਸ਼ ਕਰੋ ਕਿ ਲੋਕਾਂ ਨੂੰ ਸਸਤੀ ਬਿਜਲੀ ਮਿਲੇ, ਲੋਕਾਂ ਦੀ ਇੰਨੀ ਕੁ ਉਹਨਾਂ ਨੂੰ ਸਮਰੱਥ ਬਣਾਓ, ਇੰਨਾ ਕੁ ਪਹੁੰਚ ਵਾਲੇ ਬਣਾਓ ਕਿ ਲੋਕ ਤੁਹਾਡਾ ਬਿਜਲੀ ਦਾ ਬਿੱਲ ਹੈ ਜਿਹੜਾ ਉਹ ਪੇ ਕਰ ਸਕਣ। ਸਸਤੀ ਬਿਜਲੀ ਹੋਏਗੀ, ਲੋਕਾਂ ਨੂੰ ਕੋਈ ਦੁੱਖ ਨਹੀਂ ਹੋਏਗਾ ਔਰ ਨਿਰਵਿਘਨ ਮਿਲੇਗੀ, ਕੱਟ ਰਹਿਤ ਬਿਜਲੀ ਮਿਲੇਗੀ ਤਾਂ ਲੋਕ ਜ਼ਰੂਰ ਤੁਹਾਡੀ ਵਾਹ-ਵਾਹ ਕਰਨਗੇ। ਪਰ ਜਿਹੜੇ ਇਹ ਇਸ ਤਰ੍ਹਾਂ ਦੇ ਫੈਸਲੇ ਨੇ, ਇਸ ਚਲੋ ਸਾਰੀਆਂ ਸਟੇਟਾਂ ਦੇ ਵਿੱਚ ਹੀ ਇੱਕ ਟ੍ਰੈਡੀਸ਼ਨ ਹੀ ਬਣ ਗਈ ਹੈ ਕਿ ਪੋਲੀਟੀਕਲ ਪਾਰਟੀਆਂ ਵੋਟਾਂ ਲੈਣ ਲਈ ਇਸ ਕਿਸਮ ਦੇ ਜਿਹੜੇ ਢੰਗ ਤਰੀਕੇ ਅਖਤਿਆਰ ਕਰ ਲੈਂਦੀਆਂ ਨੇ। ਪਰ ਚੰਗੀ ਗੱਲ ਹੈ ਕਿ ਕਿਉਂਕਿ ਲੋੜਵੰਦ ਬਹੁਤੇ ਲੋੜਵੰਦ ਲੋਕ ਹੈ ਜਿਨ੍ਹਾਂ ਨੂੰ ਇਸ ਦਾ ਫਾਇਦਾ ਵੀ ਹੋਏਗਾ। ਤਾਂ ਸਰਕਾਰ ਨੂੰ, ਆਮ ਆਦਮੀ ਪਾਰਟੀ ਨੂੰ, ਖਾਸ ਕਰਕੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਹੁਣ ਉਹਨਾਂ ਨੇ ਆਪਣੀ ਤਾਂ ਡਿਊਟੀ ਜਾਂ ਆਪਣੀ ਗਰੰਟੀ ਜਾਂ ਪਹਿਲਾ ਵਾਅਦਾ ਤਾਂ ਨਿਭਾ ਦਿੱਤਾ, ਹੁਣ ਦੂਜਾ ਜਿਹੜਾ ਸਟੈਪ ਇਹ ਵੀ ਚੱਕਣ ਕਿ ਇਹ ਸਬਸਿਡੀਆਂ ਪਾਵਰਕੌਮ ਨੂੰ ਕਿਵੇਂ ਪੇ ਕਰਨੀਆਂ ਨੇ, ਤਾਂ ਕਿ ਪਾਵਰਕੌਮ ਜਿਹੜਾ ਉਹ ਵੀ ਜਿਉਂਦਾ ਰਹਿਣਾ ਜ਼ਰੂਰੀ ਹੈ। ਪਬਲਿਕ ਸੈਕਟਰ ਦੇ ਜਿਹੜੇ ਅਦਾਰੇ ਹੈ ਉਹ ਬਚੇ ਰਹਿਣੇ ਜ਼ਰੂਰੀ ਹੈ। ਸੋ ਜੇ ਆਮ ਖਪਤਕਾਰਾਂ ਨੂੰ ਬਚਾਇਆ ਤਾਂ ਹੁਣ ਪਾਵਰਕੌਮ ਨੂੰ ਬਚਾਉਣਾ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਫਰਜ਼ ਵੀ ਹੈ ਤੇ ਡਿਊਟੀ ਵੀ ਹੈ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।